ਡਾਕਟਰ ਸਾਹਿਬ ਅਸੀਂ ਪਿਛਲੀ ਵਾਰ ਵੀ ਗੱਲ ਕੀਤੀ ਸੀ ਕਿ ਜੇ ਇਹਨਾਂ ਨੇ ਕੇਂਦਰ ਕੋਲ ਜਾਣਾ ਹੈ ਪ੍ਰਧਾਨ ਮੰਤਰੀ ਸਾਹਿਬ ਦੇ ਨਾਲ ਗੱਲਬਾਤ ਜਾਂ ਕਿਸੇ ਨਾਲ ਵੀ ਹੋਣੀ ਹੈ ਉੱਥੇ ਕੇਂਦਰ 'ਚ ਤਾਂ ਉੱਥੇ ਕੀ ਨੁਕਤੇ ਰੱਖਣ, ਪਰ ਹੁਣ ਤਾਂ ਗੱਲ ਉਲਟੀ ਹੋ ਗਈ। ਉੱਥੇ ਜਾ ਕੇ ਇਹਨਾਂ ਨੇ ਕੀ ਕੁਝ ਕੀਤਾ ਤੁਸੀਂ ਵੀ ਦੇਖਿਆ ਹੋਣਾ। ਕਿਸ ਤਰ੍ਹਾਂ ਆਪਣੀ ਗੱਲ ਰੱਖਣੀ ਚਾਹੀਦੀ ਸੀ ਤੇ ਬਣ ਕੀ ਗਿਆ ਉੱਥੇ? ਜਿੰਨਾ ਚਿਰ ਇੱਥੇ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਜਾਂ ਮੰਤਰੀ ਨਹੀਂ ਆਉਂਦੇ ਅਸੀਂ ਤੇ ਇੱਥੋਂ ਨਹੀਂ ਉੱਠਣਾ। ਜੇ ਉਹ ਸਾਡੀ ਗੱਲ ਸੁਣਨਗੇ ਤੇ ਅਸੀਂ ਉੱਠਾਂਗੇ, ਨਹੀਂ ਤੇ ਅਸੀਂ ਇੱਥੋਂ ਉੱਠਣਾ ਹੀ ਨਹੀਂ। ਵਿਜੇ ਸਾਂਪਲਾ ਹੋਣਾ ਦਾ ਵਿਰੋਧ ਹੋਇਆ, ਇਹਨਾਂ ਨੇ ਫਿਰ ਕਿਸਾਨਾਂ ਨੇ ਕਹਿਣਾ ਕਿ ਸਾਡੇ ਬੰਦੇ, ਫਿਰ ਉਹ ਬੰਦੇ ਕੌਣ? ਸਰਕਾਰ ਤੇ ਸਵਾਲ ਉੱਠੇਗਾ, ਪੰਜਾਬ ਸਰਕਾਰ ਤੇ, ਕਿਉਂਕਿ ਰਵਨੀਤ ਬਿੱਟੂ ਕੱਲ ਕਹਿ ਚੁੱਕੇ ਨੇ ਕਿ ਉਹ ਤਾਂ ਮੈਂ ਸੀ ਜੀ। ਬਿੱਟੂ ਦਾ ਕਿੱਡਾ ਕੁ ਅਧਿਕਾਰ ਹੈ? ਜੇ ਐਮਪੀ ਬਣ ਗਿਆ ਤੇ ਉਹ ਜ਼ਿੰਮੇਵਾਰੀ ਲੈਂਦਾ ਆ। ਮੇਰਾ ਖਿਆਲ ਵੀ ਜੇ ਕਿਸੇ ਆਮ ਆਦਮੀ ਨੇ ਜ਼ਿੰਮੇਵਾਰੀ ਇਸ ਤਰ੍ਹਾਂ ਲਈ ਹੁੰਦੀ ਤੇ ਹੁਣ ਤੱਕ ਉਹਦਾ ਸਾਰਾ ਟੱਬਰ ਫੜ ਕੇ ਇਹਨਾਂ ਨੇ ਟੰਗਿਆ ਹੋਣਾ ਸੀ। ਉਹ ਤਾਂ ਸਿਆਸੀ ਬਿਆਨਬਾਜ਼ੀ, ਕਹਿੰਦੇ ਸਿਆਸੀ ਤੁੱਕਾ ਸੁੱਟ, ਸਿਆਸੀ ਅੱਗ ਲਾਉਣ ਲਈ ਸਿਆਸੀ ਨਾ ਦੇਣ। ਹੁਣ ਤੱਕ ਜਿੰਨੇ ਇਸੇ ਟੱਬਰ ਨੇ ਪਹਿਲੋਂ ਸਿਆਸੀ ਤੌਰ ਤੇ ਪੰਜਾਬ ਨੂੰ ਤਬਾਹ ਕੀਤਾ ਹੈ। ਮੰਨ ਲਿਆ ਜਾਵੇ ਕਿ ਚਲੋ ਕੇਂਦਰ ਤੱਕ ਗੱਲਬਾਤ ਕਰ ਲਈ, ਲੋਕ ਕਹਿੰਦੇ ਨੇ ਕਿ ਡਿਪਲੋਮੈਟਿਕ ਤਰੀਕੇ ਦੇ ਨਾਲ ਚੱਲੇ ਨੇ, ਇਹ ਸਹੀ ਨਹੀਂ। ਕਈ ਤੰਜ ਵੀ ਕੱਸਦੇ ਨੇ, ਕਈ ਕਹਿੰਦੇ ਨੇ ਕਿ ਚੰਗਾ ਕੀਤਾ, ਜਿਵੇਂ ਤੁਸੀਂ ਕਿਹਾ ਕਿ ਠੀਕ ਹੋਇਆ ਜੋ ਹੋਇਆ। ਇਹ ਜਿਹੜੇ ਹੁਣ ਅੱਧ ਵਰਿੱਤੇ ਦੇ ਜਿਹੜੇ ਪੱਤੇ ਸੰਜੇ ਅਗਰਵਾਲ ਦੇ ਅੱਗੇ ਖੋਲ ਆਏ ਨੇ, ਹੁਣ ਇਹ ਜਿਹੜੇ ਉੱਤੇ ਬ੍ਰੇਨਸਟਾਰਮਿੰਗ ਇਹਨਾਂ ਦੀ ਸਰਕਾਰ ਦੀ ਰਾਤ ਦੀ ਜ਼ਰੂਰ ਹੋ ਰਹੀ ਹੋਏਗੀ। ਕਿਤੇ ਨਾ ਕਿਤੇ ਕਿਹਾ ਜਾ ਰਿਹਾ ਕਿ ਸ਼ਾਇਦ ਮੋਰਚਾ ਜਿਹੜਾ ਉਹ ਹੁਣ ਢਿੱਲਾ ਜਿਹਾ ਪੈ ਜਾਏਗਾ ਜੇ ਬੈਕਫੁੱਟ ਤੇ ਚਲੇ ਜਾਂਦੇ ਨੇ। ਵੀ ਹਰ ਜ਼ਿਲ੍ਹੇ ਤੇ ਇੱਕ ਟੀਮ ਬਣ ਜਾਣੀ ਚਾਹੀਦੀ ਆ ਕਿਸਾਨਾਂ ਦੀ, ਜਿਹੜੇ ਕਿ ਇਸ ਗੱਲ ਦਾ ਹੀ ਪ੍ਰਚਾਰ ਕਰੇ। ਹਰ ਧਰਨੇ ਦੇ ਵਿੱਚ ਇਹ ਗੱਲ ਕੀਤੀ ਜਾਏ ਵੀ ਇਸ ਨੂੰ ਸ਼ਾਂਤਮਈ ਰੱਖਣਾ ਹੈ ਆਪਾਂ। ਚਾਹੇ ਜੇ ਕਿਤੇ ਕੋਈ ਸ਼ਰਾਰਤ ਕਰਦਾ ਵੀ ਆ ਤੇ ਉਹਨੂੰ ਫੜ ਕੇ ਉਹਨੂੰ ਕੁੱਟੋ ਨਾ। ਕੇਂਦਰ ਤੇ ਵੀ ਸਵਾਲ ਉੱਠਦੇ ਨੇ ਕਿ ਤੁਸੀਂ ਜਿਹੜਾ ਮੀਟਿੰਗਾਂ ਕਰਵਾ ਰਹੇ ਹੋ ਕਿਸਾਨਾਂ ਨਾਲ, ਵਰਚੁਅਲ ਮੀਟਿੰਗਸ, ਸਨੀ ਦਿਓਲ ਨੂੰ ਲੈ ਕੇ ਆਏ ਪਿਛਲੇ ਦਿਨਾਂ ਦੇ ਵਿੱਚ, ਇੱਕ ਉਦਘਾਟਨ ਜਾਂ ਕੋਈ ਹੋਇਆ ਸੀ, ਰਾਜਨਾਥ ਸਿੰਘ ਵੀ ਆਏ, ਵੀ ਇਹੋ ਜਿਹੀਆਂ ਮੀਟਿੰਗਾਂ ਡਾਇਰੈਕਟ ਕਿਉਂ ਨਹੀਂ ਕਿਸਾਨਾਂ ਨਾਲ ਕਰਾਉਂਦੇ? ਡਰ ਹੈ ਕਿਸੇ ਗੱਲ ਦਾ ਇਹਨਾਂ ਨੂੰ? ਮੈਂ ਉਹਨਾਂ ਪੁੱਛਦਾ ਵੀ ਜਿਹੜੀ ਵਰਚੁਅਲ ਮੀਟਿੰਗ ਤੇ 6 ਮੰਤਰੀ ਤੁਸੀਂ ਲਾਏ ਸੀ, ਜਿਹੜੇ ਉਸ ਪੰਜਾਬ ਨੂੰ ਮੁੜ ਕੇ ਪੰਜਾਬ ਦੇ ਕਿਸਾਨਾਂ ਨੂੰ ਸੰਬੋਧਨ ਕਰ ਰਹੇ ਸੀ, ਕੀ ਉਹ 6 ਮੰਤਰੀ ਜੇ 29 ਬੰਦੇ ਜਿਹੜੇ ਕਿ ਉੱਥੇ ਪਹੁੰਚੇ ਸੀ, ਜੇ ਉਹ 29 ਬੰਦਿਆਂ ਦੇ ਉੱਤੇ ਅੱਗੇ 6 ਬੰਦੇ ਬਹਿ ਕੇ ਉਹਨਾਂ ਨੂੰ ਕਨਵਿੰਸ ਕਰਾ ਜਾਂਦੇ, ਉਹ ਸੌਖਾ ਸੀ ਕਿ ਜਾਂ ਜਿਹੜੇ ਬਾਹਰ ਖੁੱਲ੍ਹੇ ਆਮ ਜਿਹੜੇ ਲੋਕ ਫਿਰ ਰਹੇ ਨੇ, 2-3 ਕਰੋੜ ਜਿਹੜੇ ਫਿਰ ਰਹੇ ਨੇ, ਉਹਨਾਂ ਨੂੰ ਕਨਵਿੰਸ ਕਰਨਾ ਸੌਖਾ ਹੈ? ਕੈਪਟਨ ਸਾਹਿਬ ਦੀ ਨੀਅਤ ਨੂੰ ਕਿੱਦਾਂ ਦੇਖਦੇ ਹੋ? ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ, ਹੁਣ ਤਾਂ ਇਹਨਾਂ ਨੇ ਵਿਧਾਨ ਸਭਾ ਸੈਸ਼ਨ ਵੀ ਸੱਦ ਲਿਆ, ਲੱਗਦਾ ਕਿ ਉਹ ਸੈਸ਼ਨ ਦੇ ਵਿੱਚ ਕੋਈ ਨਾ ਕੋਈ ਫੈਸਲਾ ਇਹੋ ਜਿਹਾ ਕਿਸਾਨ ਪੱਖੀ ਹੋ ਸਕਦਾ? ਤੇ ਅੱਜ ਵੀ ਉਸੇ ਤਰ੍ਹਾਂ ਦਾ ਐਵੇਂ ਕੋਈ ਗੋਂਗਲੂਆਂ ਦੀ ਮਿੱਟੀ ਝਾੜੀ ਜਾਂਦਾ, ਕੋਈ ਕੁਛ ਕਰੀ ਜਾਂਦਾ ਆਪਣਿਆਂ ਨੂੰ। ਇਹ ਹਰ ਬੰਦਾ ਅੱਗੇ ਹੋ ਕੇ ਪੋਲੀਟੀਕਲ ਪਾਰਟੀ ਆਪਣਿਆਂ ਨੂੰ ਕਿਸਾਨ ਹਤੈਸ਼ੀ ਕਹਿ ਰਹੇ ਨੇ। ਸਤਿ ਸ਼੍ਰੀ ਅਕਾਲ, ਤੁਸੀਂ ਲੋਕਰਾਜ ਚੈਨਲ ਪੰਜਾਬੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਕਿਸਾਨਾਂ ਦੀ ਕੇਂਦਰ ਦੇ ਨਾਲ ਗੱਲਬਾਤ ਬੇਸਿੱਟਾ ਰਹੀ ਹੈ, ਜਿਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਉੱਠਦੇ ਨੇ ਕਿ ਆਖਿਰਕਾਰ ਕਿਸਾਨਾਂ ਨੂੰ ਕਿਸ ਤਰ੍ਹਾਂ ਦਾ ਰਿਐਕਸ਼ਨ ਉੱਥੇ ਜਾ ਕੇ ਕਰਨਾ ਚਾਹੀਦਾ ਸੀ, ਕਿਸ ਤਰ੍ਹਾਂ ਆਪਣੀ ਮੰਗ ਨੂੰ ਉਠਾਉਣਾ ਚਾਹੀਦਾ ਸੀ, ਕਿ ਪ੍ਰਧਾਨ ਮੰਤਰੀ ਮੋਦੀ ਕਿਸਾਨਾਂ ਨਾਲ ਮਿਲ ਸਕਦੇ ਸੀ? ਇਸ ਉੱਤੇ ਵੀ ਜਿਹੜਾ ਕਈ ਤਰ੍ਹਾਂ ਦੇ ਸਵਾਲ ਉੱਠਦੇ ਨੇ। ਅੱਗੇ ਕਿਸਾਨਾਂ ਨੂੰ ਸੰਘਰਸ਼ ਕਿਵੇਂ ਜਿਹੜਾ ਉਹ ਪ੍ਰੈਸ਼ਰ ਬਿਲਡ ਕਰਨਾ ਚਾਹੀਦਾ ਹੈ, ਉਸ ਉੱਤੇ ਅਸੀਂ ਗੱਲਬਾਤ ਕਰਾਂਗੇ ਕਿ ਕਿਸ ਰਾਹ ਦੇ ਵੱਲ ਜਿਹੜਾ ਹੁਣ ਜਾਣਾ ਚਾਹੀਦਾ ਹੈ, ਕਿਵੇਂ ਜਿਹੜਾ ਉਹ ਪੰਜਾਬ ਸਰਕਾਰ ਇਸ ਉੱਤੇ ਫੈਸਲਾ ਲੈ ਸਕਦੀ ਹੈ। ਕਿਉਂਕਿ ਅਗਲੇ ਸਮੇਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ ਕਿ ਪੰਜਾਬ ਦੇ ਵਿੱਚ ਵਿਧਾਨ ਸਭਾ ਸੈਸ਼ਨ ਸੱਦਿਆ ਗਿਆ, ਉਸ ਦੇ ਵਿੱਚ ਕੀ ਕੁਝ ਹੋ ਸਕਦਾ? ਭਾਜਪਾ ਆਗੂਆਂ ਨੂੰ ਥਾਂ-ਥਾਂ ਤੇ ਘੇਰਿਆ ਜਾ ਰਿਹਾ, ਕਿ ਇਹਦੇ ਨਾਲ ਕਿਸਾਨ ਸੰਘਰਸ਼ ਕਮਜ਼ੋਰ ਹੋਵੇਗਾ? ਇਹ ਸਭ ਦੇ ਉੱਤੇ ਅਸੀਂ ਵਿਸਥਾਰਤ ਗੱਲਬਾਤ ਕਰਾਂਗੇ। ਮੇਰੇ ਨਾਲ ਖੇਤੀਬਾੜੀ ਵਿਭਾਗ ਦੇ ਸਾਬਕਾ ਜੁਆਇੰਟ ਡਾਇਰੈਕਟਰ ਡਾਕਟਰ ਬਲਵਿੰਦਰ ਸਿੰਘ ਸੋਲ ਮੌਜੂਦ ਨੇ। ਸੋਲ ਸਾਹਿਬ, ਤੁਹਾਡਾ ਸਵਾਗਤ ਹੈ ਲੋਕਰਾਜ। ਬਹੁਤ ਬਹੁਤ ਮਿਹਰਬਾਨੀ। ਤੇ ਲੋਕਰਾਜ ਦੇ ਸਾਰੇ ਸਮੂਹ ਜਿਹੜੇ ਸੁਣਨ ਵਾਲੇ ਸਰੋਤੇ ਨੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਅਸੀਂ ਪਿਛਲੀ ਵਾਰ ਵੀ ਗੱਲ ਕੀਤੀ ਸੀ ਕਿ ਜੇ ਇਹਨਾਂ ਨੇ ਕੇਂਦਰ ਕੋਲ ਜਾਣਾ ਹੈ ਪ੍ਰਧਾਨ ਮੰਤਰੀ ਸਾਹਿਬ ਦੇ ਨਾਲ ਗੱਲਬਾਤ ਜਾਂ ਕਿਸੇ ਨਾਲ ਵੀ ਹੋਣੀ ਹੈ ਉੱਥੇ ਕੇਂਦਰ 'ਚ, ਤਾਂ ਉੱਥੇ ਕੀ ਨੁਕਤੇ ਰੱਖਣ, ਪਰ ਹੁਣ ਤਾਂ ਗੱਲ ਉਲਟੀ ਹੋ ਗਈ। ਉੱਥੇ ਜਾ ਕੇ ਇਹਨਾਂ ਨੇ ਕੀ ਕੁਝ ਕੀਤਾ ਤੁਸੀਂ ਵੀ ਦੇਖਿਆ ਹੋਣਾ। ਕਿਸ ਤਰ੍ਹਾਂ ਆਪਣੀ ਗੱਲ ਰੱਖਣੀ ਚਾਹੀਦੀ ਸੀ ਤੇ ਬਣ ਕੀ ਗਿਆ ਉੱਥੇ? ਦੇਖੋ, ਵੈਸੇ ਤੇ ਸੁਖਵਿੰਦਰ ਜੀ, ਪਹਿਲੀ ਗੱਲ ਤੇ ਮੈਂ ਵੈਸੇ ਕਿਸਾਨ ਯੂਨੀਅਨ ਨੂੰ ਵਧਾਈ ਇਸ ਗੱਲ ਦੀ ਦੇਣੀ ਚਾਹਾਂਗਾ ਵੀ ਚਲੋ ਜਿਹੜਾ ਸਰਕਾਰ ਸ਼ਾਇਦ ਸੋਚਦੀ ਸੀ ਵੀ ਅਸੀਂ ਇਹਨਾਂ ਨੂੰ ਇਹੋ ਜਿਹੀਆਂ ਚਿੱਠੀਆਂ ਕੱਢ ਕੇ ਵੀ ਇਹ ਮੀਟਿੰਗ ਤੋਂ ਹਮੇਸ਼ਾ ਨਾ ਕਰੀ ਜਾਣਗੇ ਤੇ ਅਸੀਂ ਕੱਲ੍ਹ ਨੂੰ ਮੁੜ ਕੇ ਇਹਨਾਂ ਦੇ ਅਗੇਂਸਟ ਪ੍ਰਚਾਰ ਕਰਨ ਵਾਲੇ ਬਣਾਂਗੇ ਵੀ ਇਹ ਤੇ ਟੇਬਲ ਤੇ ਆਉਣ ਨੂੰ ਤਿਆਰ ਨਹੀਂ ਗੇ। ਤੇ ਇਹਨਾਂ ਨੇ ਜਿਹੜਾ ਉਹਨਾਂ ਦਾ ਸੱਦਾ ਪ੍ਰਵਾਨ ਕਰ ਲਿਆ, ਭਾਵੇਂ ਕਿ ਇਹ ਸੱਦਾ ਪਹਿਲੀ ਦੇ ਤਰ੍ਹਾਂ ਦਾ ਹੀ ਸੀ, ਫਿਰ ਇਹ ਜਾ ਕੇ ਉੱਥੇ ਬੈਠ ਗਏ ਨੇ। ਇਹਨਾਂ ਨੇ ਜੋ ਕੁਛ ਕੀਤਾ, ਹਾਂ, ਇਸ ਗੱਲ ਤੇ ਮੈਂ ਥੋੜ੍ਹਾ ਜਿਹਾ ਸੋਚਦਾ, ਜੋ ਮੇਰੇ ਮਨ ਦੀ ਇੱਛਾ ਸੀ ਵੀ ਇਹਨਾਂ ਨੂੰ ਉੱਥੇ ਜਾ ਕੇ ਜਿਹੜਾ ਇਹਨਾਂ ਨੇ ਪਹਿਲੋਂ 1.5 ਘੰਟਾ ਉਹਦੇ ਨਾਲ ਸੈਕਟਰੀ ਦੇ ਨਾਲ, ਸੰਜੇ ਅਗਰਵਾਲ ਦੇ ਨਾਲ ਗੱਲਬਾਤ ਕੀਤੀ ਆ। ਜੇ ਇਹਨਾਂ ਦਾ ਮਨ ਨਹੀਂ ਸੀ, ਜੇ ਅਸੀਂ ਚਾਹੁੰਦੇ ਸੀ ਵੀ ਸਾਡੇ ਮੰਤਰੀ ਤੋਂ ਥੱਲੇ ਲੈਵਲ ਤੇ ਮੀਟਿੰਗ ਦਾ ਕੋਈ ਸਿੱਟਾ ਨਹੀਂ,
ਤੇ ਇਹਨਾਂ ਨੂੰ 1.5 ਘੰਟਾ ਵੀ ਉਹਦੇ ਨਾਲ ਖਰਾਬ ਨਹੀਂ ਸੀ ਕਰਨਾ ਚਾਹੀਦਾ। ਹਾਂ, ਉਸ 1.5 ਘੰਟੇ ਨੂੰ ਇਹ ਜੇ ਪ੍ਰੋਟੈਸਟ ਵਜੋਂ ਜਿਸ ਦਫ਼ਤਰ ਦੇ ਵਿੱਚ ਬੈਠੇ ਸੀ, ਇਹ ਦਫ਼ਤਰ ਕੋਈ ਅਫਸਰਾਂ ਦਾ ਨਹੀਂ ਹੁੰਦੇ। ਅਫਸਰ ਲੋਕਾਂ ਜਿਹੜੇ ਦਫ਼ਤਰ ਹੁੰਦੇ ਨੇ, ਲੋਕਾਂ ਦੇ ਟੈਕਸਾਂ ਤੋਂ ਬਣੇ ਦਫ਼ਤਰ ਹੁੰਦੇ ਨੇ। ਇਹ ਉੱਥੇ ਬੈਠ ਜਾਂਦੇ ਤੇ ਕਹਿੰਦੇ ਜੀ ਵੀ ਅਸੀਂ ਤੇ ਇੱਥੇ ਬੈਠੇ ਆ, ਜਿੰਨਾ ਚਿਰ ਇੱਥੇ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਜਾਂ ਮੰਤਰੀ ਨਹੀਂ ਆਉਂਦੇ ਅਸੀਂ ਤੇ ਇੱਥੋਂ ਨਹੀਂ ਉੱਠਣਾ। ਜੇ ਉਹ ਸਾਡੀ ਗੱਲ ਸੁਣਨਗੇ ਤੇ ਅਸੀਂ ਉੱਠਾਂਗੇ, ਨਹੀਂ ਤੇ ਅਸੀਂ ਇੱਥੋਂ ਉੱਠਣਾ ਹੀ ਨਹੀਂ। ਤੁਹਾਡੇ ਨਾਲ ਤੇ ਕੋਈ ਗੱਲ ਕਰਨ ਦਾ ਫਾਇਦਾ ਹੀ ਨਹੀਂ। ਤੇ ਇਹ 1.5 ਘੰਟਾ ਉਹਨਾਂ ਨਾਲ ਮੇਰਾ ਖਿਆਲ ਜਿਹੜਾ ਸੀ ਉਹ ਇਹਨਾਂ ਨੂੰ ਕਰਨ ਦਾ, ਮੱਥਾ ਮਾਰਨ ਦੀ ਲੋੜ ਨਹੀਂ ਸੀ ਜੀ। ਤੇ ਚਾਹੀਦਾ ਕੀ ਸੀ ਕਿ ਕਿਸ ਤਰ੍ਹਾਂ ਆਪਣੀ ਜਿਹੜੀ ਰਣਨੀਤੀ ਬਣਾ ਕੇ ਜਾਂਦੇ? ਤੁਹਾਨੂੰ ਲੱਗਦਾ ਕਿ ਸਫਲ ਹੋਏ? ਕੁਝ ਹੱਦ ਤੱਕ ਮੰਨ ਲਿਆ ਜਾਵੇ ਕਿ ਚਲੋ ਕੇਂਦਰ ਤੱਕ ਗੱਲਬਾਤ ਕਰ ਲਈ। ਲੋਕ ਕਹਿੰਦੇ ਨੇ ਕਿ ਡਿਪਲੋਮੈਟਿਕ ਤਰੀਕੇ ਦੇ ਨਾਲ ਚੱਲੇ ਨੇ, ਇਹ ਸਹੀ ਨਹੀਂ। ਕਈ ਤੰਜ ਵੀ ਕੱਸਦੇ ਨੇ, ਕਈ ਕਹਿੰਦੇ ਨੇ ਕਿ ਚੰਗਾ ਕੀਤਾ, ਜਿਵੇਂ ਤੁਸੀਂ ਕਿਹਾ ਕਿ ਠੀਕ ਹੋਇਆ ਜੋ ਹੋਇਆ। ਨਹੀਂ, ਡਿਪਲੋਮੈਟਿਕ ਵੇਖੋ ਸੁਖਵਿੰਦਰ ਜੀ, ਹੁਣ ਕਿਸਾਨ ਆ, ਕਿਸਾਨ ਨੂੰ ਆਪਾਂ ਮੇਰਾ ਕਿਸਾਨ ਹੀ ਨਾ ਕਹੀਏ। ਵੇਖੋ ਜੋ ਦੋ ਦੇਸ਼ਾਂ ਦੇ ਵਿੱਚ ਆ, ਚਾਈਨਾ ਦੇ ਨਾਲ ਮਸਲਾ ਆਪਣਾ ਚੱਲਣ ਡਿਆ ਜਿਹੜਾ LAC ਦੇ ਉੱਤੇ ਆ, ਤੇ ਉੱਥੇ ਵੀ ਡਿਪਲੋਮੈਟਿਕ ਗੱਲਾਂ ਤੇ ਹੁੰਦੀਆਂ ਹੀ ਨੇ। ਪਰ ਇਹ ਡਿਪਲੋਮੈਟਿਕ ਰੱਖਣਾ ਵੀ ਚਾਹੀਦਾ। ਜੇ ਆਪਾਂ ਸਿੱਧਾ ਡਾਂਗ ਸੋਟਾ ਹੀ ਚਲਾਉਣ ਵਾਲੀ ਗੱਲ ਤੇ ਚੱਲ ਜਾਈਏ ਤੇ ਉਹ ਵੀ ਵਾਰਾ ਨਹੀਂ ਖਾਂਦੀ। ਇਸ ਕਰਕੇ ਮੈਂ ਇਸ ਗੱਲ ਨਾਲ ਕੋਈ ਬਹੁਤਾ ਸਹਿਮਤ ਨਹੀਂਗਾ। ਜਿਹੜੇ ਲੋਕ ਕਹਿੰਦੇ ਨੇ ਵੀ ਇਹਨਾਂ ਨੇ ਡਿਪਲੋਮੈਟਿਕ ਉੱਥੇ ਐਟੀਟਿਊਡ ਰੱਖਿਆ ਆ, ਵੀ ਡਿਪਲੋਮੈਟ ਰੱਖਣਾ ਚਾਹੀਦਾ ਸੀ, ਪਰ ਉਹਦੇ ਨਾਲ ਜਿੰਨਾ ਕਿ ਇਹਨਾਂ ਨੂੰ ਇੱਕ ਲੈਵਲ ਜਿਹੜਾ ਮੀਟਿੰਗ ਦਾ ਸੈੱਟ ਜਿੰਨੇ ਕਰਨਾ ਚਾਹੀਦਾ ਸੀ, ਅਗਰ ਉਸ ਲੈਵਲ ਤੇ ਹੀ ਮੀਟਿੰਗ ਤੇ ਆਪਣੇ ਪੱਤੇ ਖੋਲ੍ਹਦੇ ਨਾ, ਉਹਦੇ ਜ਼ਿਆਦਾ ਰਿਜ਼ਲਟ ਵਧੀਆ ਨਿਕਲ। ਇਹ ਜਿਹੜੇ ਹੁਣ ਅੱਧ ਵਰਿੱਤੇ ਦੇ ਜਿਹੜੇ ਪੱਤੇ ਸੰਜੇ ਅਗਰਵਾਲ ਦੇ ਅੱਗੇ ਖੋਲ ਆਏ ਨੇ, ਹੁਣ ਇਹ ਜਿਹੜੇ ਉੱਤੇ ਬ੍ਰੇਨਸਟਾਰਮਿੰਗ ਇਹਨਾਂ ਦੀ ਸਰਕਾਰ ਦੀ ਰਾਤ ਦੀ ਜ਼ਰੂਰ ਹੋ ਰਹੀ ਹੋਏਗੀ। ਇਹਨਾਂ ਨੇ ਉਹਦੇ ਤੇ ਕਿਵੇਂ ਉਹਨੂੰ ਰੋਕਣਾ, ਕਿਵੇਂ ਉਹਦੇ ਹੋਰ ਤੋੜ ਕੱਢਣੇ ਨੇ, ਉਹ ਰਾਤ ਦੇ ਸੋਚ ਰਹੇ ਹੋਣਗੇ। ਤੇ ਜੇ ਸਿੱਧਾ ਹੀ ਪ੍ਰਧਾਨ ਮੰਤਰੀ ਦੇ ਗਾੜੀ ਇਹੋ ਪੱਤੇ ਖੋਲ੍ਹ ਲੈਂਦੇ ਤੇ ਫਿਰ ਉਸ ਵੇਲੇ ਉਹਦੇ ਮਨ ਦੀ ਗੱਲ ਜਿਹੜੀ ਸੀ ਨਾ, ਉਹਦੀ ਅਵਸਥਾ ਹੋਰ ਹੋਣੀ ਸੀ। ਉਦੋਂ ਆਪਾਂ ਉਹਦੇ ਤੋਂ ਕੋਈ ਲਾਭ ਲੈ ਸਕਦੇ ਸੀ। ਹੁਣ ਇਹਨਾਂ ਨੂੰ ਹੋਰ ਤਿਆਰੀ ਮੇਰੇ ਹਿਸਾਬ ਨਾਲ ਜਿਹੜੀ ਹੈ ਨਾ, ਹੁਣ ਜਦੋਂ ਦੂਜੀ ਗੱਲਬਾਤ ਲਈ ਇਹਨਾਂ ਨੂੰ ਕਿਤੇ ਵੀ ਜਾਣਾ ਪਊਗਾ ਜਾਂ ਉਹ ਇੱਥੇ ਆਉਂਦੇ ਨੇ, ਤੇ ਫਿਰ ਇਹਨਾਂ ਨੂੰ ਉਦੋਂ ਵੱਧ ਤਿਆਰੀ ਜਿਹੜੀ ਉਹਨੂੰ ਹੋਰ ਕਰਨੀ ਪੈਣੀ ਹੈ। ਤੇ ਉਸ ਤਿਆਰੀ ਦੇ ਵਿੱਚ ਤਾਂ ਕਿ ਕੱਲੇ ਨੁਕਤੇ, ਉਸ ਦਿਨ ਵੀ ਮੈਂ ਕਿਹਾ ਸੀ, ਇਹ ਜਿੰਨੇ 3 ਜਿਹੜੇ ਐਕਟ ਨੇ, ਇਹ 3 ਐਕਟਾਂ ਦੇ ਉੱਤੇ ਅੱਡ ਗਰੁੱਪ ਹੋਣ। ਫਿਰ ਉਹਦੇ ਜਿਹੜੀਆਂ ਮੱਦਾਂ ਨੇ, ਕੱਲੀ ਮੱਦ ਦੇ ਉੱਤੇ ਜਿਹੜਾ ਇੱਕ ਗਰੁੱਪ ਬਣਾਇਆ ਜਾਏ ਤੇ ਉਸ ਗਰੁੱਪ ਦਾ ਮੁੜ ਕੇ ਇੱਕ ਲੀਡਰ ਚੁਣਿਆ ਜਾਏ, ਜਿਹੜਾ ਕਿ ਜਿਹਨੂੰ ਪੂਰਾ ਉਸ ਬਾਰੇ ਪਤਾ ਹੋਏ, ਉਹਦੇ ਕੋਲ ਦੁਨੀਆ ਦਾ ਡਾਟਾ ਹੋਏ, ਉਹਦੇ ਕੋਲ ਨੈਸ਼ਨਲ ਲੈਵਲ ਆਪਣਾ ਡਾਟਾ ਹੋਏ, ਆਪਣੀਆਂ ਸਟੇਟਾਂ ਦੀ ਪਿਛਲੀ ਹਿਸਟਰੀ ਦਾ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਕਿਹੜੇ ਪ੍ਰੋਜੈਕਟ ਪਹਿਲੋਂ ਸਾਡੇ ਇੱਥੇ ਲਾਗੂ ਕਰਨ ਦੇ ਸਰਕਾਰਾਂ ਨੇ ਚਲਾਏ ਸੀ, ਉਹਨਾਂ ਦੇ ਫੇਲੀਅਰ ਦੇ ਕਾਰਨ ਕੀ ਸੀ, ਉਹਦੇ ਵਿੱਚ ਕਿਸਾਨ ਨੂੰ ਕਿਵੇਂ ਲੁੱਟਿਆ ਗਿਆ। ਉਹ ਸਾਰੇ ਨੁਕਤੇ ਜਿਹੜੇ ਨੇ ਉਹ ਸਾਡੇ ਜਿਹੜੇ ਟਿਪਸ ਦੇ ਉੱਤੇ ਹੋਣੇ ਚਾਹੀਦੇ ਆ, ਤਾਂ ਕਿ ਕਿਉਂਕਿ ਜਿਹੜਾ ਮੌਕੇ ਤੇ ਗੱਲ ਕਰਨੀ ਆ, ਉਹ ਤੁਸੀਂ ਜਵਾਬ ਜੇ ਤੇ ਮੌਕੇ ਤੇ ਦੇ ਦਿੱਤਾ ਤੇ ਠੀਕ ਆ। ਤੇ ਜੇ ਤੁਸੀਂ ਉਹ ਗੱਲ ਕਿਸੇ ਵੇਲੇ ਤੁਸੀਂ ਖੁੱਝ ਗਈ, ਤੁਹਾਡੇ ਕੋਲ ਨਾ ਕੀਤੀ ਗਈ ਤੇ ਅਗਲੇ ਦੀ ਗੱਲ ਵਜਨ ਪੈ ਗਿਆ, ਤੇ ਫਿਰ ਆਪਣਾ ਜਿਹੜਾ ਨੁਕਤਾ ਕਈ ਵਾਰੀ ਉਹ ਥੱਲੇ ਆਣ ਕਰਕੇ ਨਾ ਆਪਣਾ ਨੁਕਸਾਨ ਹੋਣ ਦਾ ਡਰ ਹੁੰਦਾ ਹੈ। ਬਿਲਕੁਲ, ਕੇਂਦਰ ਦੇ ਮਨ ਦੇ ਵਿੱਚ ਵੀ ਇਹ ਚਲਾ ਗਿਆ ਹੋਣਾ। ਜਿਹੜੀ ਘੰਟਾ 1.5 ਘੰਟਾ ਜਿਹੜੀ ਗੱਲਬਾਤ ਹੋਈ, ਉਹਨਾਂ ਨੂੰ ਪਤਾ ਲੱਗ ਗਿਆ ਹੋਣਾ ਵੀ ਅਸੀਂ ਅੱਗੋਂ ਕਿੱਦਾਂ ਦੀ ਤਿਆਰੀ ਕਰਨੀ ਹੈ, ਕਿਸਾਨਾਂ ਨੂੰ ਕਿੱਦਾਂ ਦੀ ਤਿਆਰੀ ਕਰਨੀ ਚਾਹੀਦੀ ਹੈ। ਕਿਉਂਕਿ ਇਹਦੇ ਨਾਲ ਕਿਤੇ ਇਹ ਵੀ ਲੱਗ ਰਿਹਾ ਵੀ ਸ਼ਾਇਦ ਹੁਣ ਜਿਹੜਾ ਉਹ ਸੰਘਰਸ਼ ਜਿਹੜਾ ਉਹ ਕਮਜ਼ੋਰ ਨਾ ਪੈ ਜਾਏ, ਕਿਉਂਕਿ ਇੱਕ ਤਾਂ ਉੱਤੋਂ ਸੀਜ਼ਨ ਚੱਲਦਾ ਤੇ ਉਧਰੋਂ ਵਾਢੀਆਂ ਨਾਲ ਚੱਲ ਰਹੀਆਂ ਨੇ। ਕਿਸਾਨਾਂ ਦੀ ਫਸਲ ਜਿਹੜੀ ਉਹ ਮੰਡੀਆਂ ਦੇ ਵਿੱਚ ਹੈ, ਕਿਤੇ ਜ਼ਮੀਨਾਂ ਦੇ ਵਿੱਚ ਵੀ ਖੜੀ ਹੈ। ਕਿਤੇ ਨਾ ਕਿਤੇ ਕਿਹਾ ਜਾ ਰਿਹਾ ਕਿ ਸ਼ਾਇਦ ਮੋਰਚਾ ਜਿਹੜਾ ਉਹ ਹੁਣ ਢਿੱਲਾ ਜਿਹਾ ਪੈ ਜਾਏਗਾ ਜੇ ਬੈਕਫੁੱਟ ਤੇ ਚਲੇ ਜਾਂਦੇ ਨੇ ਤਾਂ। ਬਿਲਕੁਲ, ਇਹ ਗੱਲ ਤੇ ਉਸ ਦਿਨ ਵੀ ਪਿਛਲੀ ਇੰਟਰਵਿਊ ਦੇ ਵਿੱਚ ਵੀ ਸੁਖਵਿੰਦਰ ਜੀ ਮੈਂ ਕੀਤੀ ਸੀ ਵੀ ਜੇ ਆਪਾਂ ਉਹ ਸਰਕਾਰ ਦੇ ਨਾਲ ਜਿਵੇਂ ਲੜਾਈ ਲੜਦੇ ਆ, ਇੱਕ ਤੇ ਇਸ ਵੇਲੇ ਜਿਹੜਾ ਸਭ ਤੋਂ ਵੱਡਾ ਧਿਆਨ ਰੱਖਣ ਦੀ ਜਿਹੜੀ ਲੋੜ ਹੈ ਨਾ, ਵੀ ਇਸ ਨੂੰ ਆਪਾਂ ਸ਼ਾਂਤਮਈ ਕਿਵੇਂ ਰੱਖਣਾ ਹੈ। ਕਿਉਂਕਿ ਇਸ ਵੇਲੇ ਸਰਕਾਰਾਂ ਦਾ ਪੂਰਾ ਜ਼ੋਰ ਹੋਣਾ ਆ, ਏਜੰਸੀਜ਼ ਜਿਹੜੀਆਂ ਉਹਨਾਂ ਦੀਆਂ ਐਡੀਆਂ ਵੱਡੀਆਂ ਏਜੰਸੀਆਂ ਨੇ, ਉਹਨਾਂ ਨੇ ਕਿਤੇ ਨਾ ਕਿਤੇ ਜਿਹੜੀ ਗੜਬੜ ਦੇ ਅਸਾਰ ਬਣਾਉਣੇ ਨੇ, ਤੇ ਉਹ ਗੜਬੜ ਕਰਾ ਕੇ ਮੁੜ ਕੇ ਉਹਦਾ ਜਿਹੜਾ ਰੁਝਾਨਾ ਹੈ ਉਹ ਮੁੜ ਕੇ ਕਿਸਾਨਾਂ ਦੇ ਸਿਰ ਤੇ ਮੜ ਕੇ, ਤੇ ਇਸ ਸਾਰੇ ਜਿਹੜੇ ਆਪਣੇ ਇੱਕ ਵੱਡੀ ਮੂਵਮੈਂਟ ਬਣ ਚੁੱਕੀ ਆ, ਜਿਹੜੀ ਕਿ ਕਿਸਾਨਾਂ ਦੀ ਨਾ ਹੋ ਕੇ ਇਸ ਵੇਲੇ ਲੋਕਾਂ ਦੀ ਮੂਵਮੈਂਟ ਬਣ ਚੁੱਕੀ ਆ। ਇਹ ਕਿਸੇ ਵੀ ਸਰਕਾਰ ਨੂੰ ਵਾਰਾ ਨਹੀਂ ਖਾਂਦੀ ਹੁੰਦੀ। ਜਦੋਂ ਲੋਕ ਉੱਠ ਕੇ ਘਰਾਂ ਤੋਂ ਬਾਹਰ ਆਣ ਕੇ ਸੜਕਾਂ ਤੇ ਆ ਜਾਂਦੇ ਨੇ ਜਾਂ ਘਰਾਂ ਦੇ ਉੱਤੇ ਉਹ ਕਾਲੇ ਝੰਡੇ ਲਾਉਣੇ ਸ਼ੁਰੂ ਕਰ ਦਿੰਦੇ ਨੇ, ਤੇ ਫਿਰ ਸਰਕਾਰ ਨੂੰ ਫਿਕਰ ਪੈ ਜਾਂਦਾ ਆ ਵੀ ਕੱਲ ਨੂੰ ਕਿਉਂਕਿ ਅਸੀਂ ਇਹਨਾਂ ਦੇ ਕੋਲ ਜਾਣਾ ਹੈ, ਤੇ ਫਿਰ ਇਹਨਾਂ ਦਾ ਜੇ ਇਹਨਾਂ ਦੇ ਵਿੱਚ ਵਿਰੋਧ ਉੱਠ ਖੜਿਆ ਤੇ ਐਡਾ ਵਿਰੋਧ ਜਿਹੜਾ ਰੋਕਣਾ ਉਹ ਔਖਾ ਹੁੰਦਾ ਆ। ਉਸ ਕੰਮ ਨੂੰ ਬਣਾਉਣ ਵਾਸਤੇ ਸਾਨੂੰ ਬਹੁਤ ਇਸ ਗੱਲ ਦੇ ਉੱਤੇ ਇੱਕ
ਟੀਮ ਜਿਹੜੀ ਆ ਪੰਜਾਬ ਪੱਧਰ ਤੇ ਮੈਂ ਕਹੂੰਗਾ ਵੀ ਹਰ ਜ਼ਿਲ੍ਹੇ ਤੇ ਇੱਕ ਟੀਮ ਬਣ ਜਾਣੀ ਚਾਹੀਦੀ ਆ ਕਿਸਾਨਾਂ ਦੀ, ਜਿਹੜੇ ਕਿ ਇਸ ਗੱਲ ਦਾ ਹੀ ਪ੍ਰਚਾਰ ਕਰੇ, ਹਰ ਧਰਨੇ ਦੇ ਵਿੱਚ ਇਹ ਗੱਲ ਕੀਤੀ ਜਾਏ ਵੀ ਇਸ ਨੂੰ ਸ਼ਾਂਤਮਈ ਰੱਖਣਾ ਹੈ ਆਪਾਂ। ਚਾਹੇ ਜੇ ਕਿਤੇ ਕੋਈ ਸ਼ਰਾਰਤ ਕਰਦਾ ਵੀ ਆ ਤੇ ਉਹਨੂੰ ਫੜ ਕੇ ਉਹਨੂੰ ਕੁੱਟੋ ਨਾ। ਉਹ ਜਿਵੇਂ ਆ ਪਿੱਛੇ ਆਪਾਂ ਦੇਖਿਆ ਆ, ਭਾਵੇਂ ਚਲੋ ਉਹ ਤੇ ਇਮੋਸ਼ਨਲ ਗੱਲ ਸੀ ਵੀ ਆ ਜਦੋਂ ਕੋਈ ਵੀ ਬੇਅਦਬੀ ਦੀ ਘਟਨਾ ਹੋਈ ਸੀ ਤੇ ਉਹਨੂੰ ਆਪ ਕੁੱਟਿਆ ਆਪਾਂ, ਪਰ ਉਹ ਵੀ ਮੇਰੇ ਹਿਸਾਬ ਨਾਲ ਇਹ ਕਿਸਾਨੀ ਦੇ ਮੂਵਮੈਂਟ ਦੇ ਵਿੱਚ ਉਹ ਨਹੀਂ ਹੋਣੀ ਚਾਹੀਦੀ ਬਿਲਕੁਲ ਹੀ। ਬਿਲਕੁਲ, ਜਿਵੇਂ ਇਹਨਾਂ ਨੇ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਵਿਰੋਧ ਕੀਤਾ, ਉਹਨਾਂ ਦੀ ਗੱਡੀਆਂ ਗੁੱਡੀਆਂ ਪੰਨੀਆਂ, ਕਿਸਾਨ ਆਗੂ ਕਹਿੰਦੇ ਕਿ ਸਾਡੇ ਬੰਦੇ ਨਹੀਂ ਸੀ, ਤੇ ਹੁਣ ਵਿਜੇ ਸਾਂਪਲਾ ਹੋਣਾ ਦਾ ਵਿਰੋਧ ਹੋਇਆ, ਇਹਨਾਂ ਨੇ ਫਿਰ ਕਿਸਾਨਾਂ ਨੇ ਕਹਿਣਾ ਕਿ ਸਾਡੇ ਬੰਦੇ, ਫਿਰ ਉਹ ਬੰਦੇ ਕੌਣ? ਸਰਕਾਰ ਤੇ ਸਵਾਲ ਉੱਠੇਗਾ, ਪੰਜਾਬ ਸਰਕਾਰ ਤੇ, ਕਿਉਂਕਿ ਰਵਨੀਤ ਬਿੱਟੂ ਕੱਲ ਕਹਿ ਚੁੱਕੇ ਨੇ ਕਿ ਉਹ ਤਾਂ ਮੈਂ ਸੀ ਜੀ, ਜੇ ਵਿਰੋਧ ਕੀਤਾ ਜਾਂ ਗੱਡੀਆਂ ਭੰਨਣ ਵਾਲੇ ਉਹ ਤਾਂ ਮੈਂ ਸੀ। ਫਿਰ ਇਦਾਂ ਕੌਣ ਜ਼ਿੰਮੇਵਾਰੀ ਲੈਂਦਾ ਰਹੂ? ਮੇਰਾ ਖਿਆਲ ਆ ਵੀ ਪੰਜਾਬ ਸਰਕਾਰ ਦਾ ਵੀ ਇਸ ਵੇਲੇ ਫਰਜ਼ ਬਣਦਾ ਆ ਵੀ ਇਸ ਮੂਵਮੈਂਟ ਨੂੰ ਜੇ ਉਹਨਾਂ ਨੇ ਸਾਥ ਦੇਣਾ ਆ ਜਾਂ ਦੇ ਰਹੇ ਨੇ, ਤੇ ਫਿਰ ਇਹੋ ਜਿਹੇ ਬਿਆਨ ਜਿਹੜੇ ਜੇ ਬਿੱਟੂ ਵਰਗੇ ਜਾਂ ਜਿਹੜੇ ਚੁੱਗ ਨੇ ਦਿੱਤੇ ਸੀ ਬਿਆਨ, ਜਾਂ ਸਾਂਪਲਾ ਜੀ ਦੇ ਰਹੇ ਨੇ, ਵੀ ਜਿਹੜੇ ਇੰਨੇ ਤੱਤੇ ਬਿਆਨ ਦੇ ਰਹੇ ਨੇ, ਇਹਨਾਂ ਦੇ ਨਾਲ ਫਿਰ ਲੋਕਾਂ ਦੇ ਵਿੱਚ ਕਿਸੇ ਨਾ ਕਿਸੇ ਦਾ ਖੂਨ ਖੌਲ ਪੈਂਦਾ ਹੈ। ਇਹੋ ਜਿਹੇ ਬਿਆਨ ਜਿਹੜੇ ਦੇਣ ਵਾਲੇ ਨੇ, ਇਹਨਾਂ ਨੂੰ ਕਿਉਂ ਨਹੀਂ ਪਹਿਲੋਂ ਫੜ ਕੇ ਅੰਦਰ ਦਿੰਦੇ? ਕੀ ਬਿੱਟੂ ਦਾ ਕਿੱਡਾ ਕੁ ਅਧਿਕਾਰ ਹੈ? ਜੇ ਐਮਪੀ ਬਣ ਗਿਆ ਤੇ ਉਹ ਜ਼ਿੰਮੇਵਾਰੀ ਲੈਂਦਾ ਆ। ਮੇਰਾ ਖਿਆਲ ਵੀ ਜੇ ਕਿਸੇ ਆਮ ਆਦਮੀ ਨੇ ਜ਼ਿੰਮੇਵਾਰੀ ਇਸ ਤਰ੍ਹਾਂ ਲਈ ਹੁੰਦੀ ਤੇ ਹੁਣ ਤੱਕ ਉਹਦਾ ਸਾਰਾ ਟੱਬਰ ਫੜ ਕੇ ਇਹਨਾਂ ਨੇ ਟੰਗਿਆ ਹੋਣਾ ਸੀ ਪੁਲਿਸ ਨੇ। ਤੇ ਵਾਈ ਨਾਟ ਵੀ ਇਹਨੂੰ ਸਿੱਧੂ ਜਿਹੜਾ ਬਿੱਟੂ ਨੇ ਬਿਆਨ ਦਿੱਤਾ ਆ, ਤੇ ਤੁਸੀਂ ਬਿੱਟੂ ਤੇ ਐਕਸ਼ਨ ਲਓ ਵੀ ਕਿਉਂ ਜੇ ਜ਼ਿੰਮੇਵਾਰੀ ਲੈ ਰਿਹਾ ਤੇ ਉਹਨੂੰ ਠੀਕ ਆ, ਉਹਦਾ ਕਰ ਲਓ ਇੰਟਰੋਗੇਟ, ਵੀ ਉਹਦਾ ਸੋਰਸ ਪੁੱਛ ਲਓ ਵੀ ਉਹਨੂੰ ਉੱਥੋਂ ਪਾਕਿਸਤਾਨ ਤੋਂ ਸ਼ਹਿ ਮਿਲੀ ਸੀ ਕਿ ਕਿੰਨੇ ਸ਼ਹਿ ਦਿੱਤੀ ਸੀ। ਉਹ ਤਾਂ ਸਿਆਸੀ ਬਿਆਨਬਾਜ਼ੀ, ਕਹਿੰਦੇ ਸਿਆਸੀ ਤੁੱਕਾ ਸੁੱਟ, ਸਿਆਸੀ ਅੱਗ ਲਾਉਣ ਲਈ ਸਿਆਸੀ ਨਾ ਦੇਣ। ਹੁਣ ਤੱਕ ਜਿੰਨੇ ਇਸੇ ਟੱਬਰ ਨੇ ਪਹਿਲੋਂ ਸਿਆਸੀ ਤੌਰ ਤੇ ਪੰਜਾਬ ਨੂੰ ਤਬਾਹ ਕੀਤਾ ਹੈ, ਉਹ ਵੀ ਸਾਰੇ ਲੋਕਾਂ ਦੇ ਗਾੜੀ ਆ। ਵੀ ਇਸ ਕਰਕੇ ਇਹੋ ਜਿਹੇ ਸਿਆਸੀਆਂ ਨੂੰ ਇੰਨੀ ਖੁੱਲ੍ਹ ਨਹੀਂ ਦੇਣੀ ਚਾਹੀਦੀ, ਇੰਨੀ ਪਾਵਰ ਇਹਨਾਂ ਦੇ ਦੇ ਦੇਣੀ ਵੀ ਇਹ ਜੋ ਮਰਜ਼ੀ ਕਹਿ ਲੈਣ ਉਹ ਸੱਤ ਆ। ਤੇ ਜੇ ਕਿਸੇ ਆਮ ਆਦਮੀ ਦੇ ਮੂੰਹ ਨਿਕਲ ਜੇ ਤੇ ਉਹਨੂੰ ਤੁਸੀਂ ਉਹ ਤੇ NSA ਤੇ ਦੂਜੇ ਤੀਜੇ ਲਾ ਦਿੰਦੇ ਜੇ। ਵੀ ਇਹਨਾਂ ਨੂੰ ਜੇ ਆਪਾਂ ਥੋੜ੍ਹਾ ਜਿਹਾ ਕੰਟਰੋਲ 'ਚ ਰੱਖਾਂਗੇ ਤੇ ਫਿਰ ਸਾਰਾ ਠੀਕ ਰਹੂਗਾ। ਤੇ ਕਿਸਾਨਾਂ ਨੂੰ ਬਿਲਕੁਲ ਸ਼ਾਂਤਮਈ ਧਰਨੇ ਆ, ਉਹਦੀ ਜੇ ਰੂਪ ਰੇਖਾ ਅੱਜ ਇਹਨਾਂ ਨੇ ਮੀਟਿੰਗ ਦੇ ਵਿੱਚ ਕੋਈ ਬਦਲਣੀ ਆ, ਇਹਨੂੰ ਹੋਰ ਪ੍ਰੈਸ਼ਰ ਬਣਾਉਣ ਜਿਹਦੇ ਨਾਲ ਕਿ ਆਪਣਾ ਕੋਈ ਨੁਕਸਾਨ ਵੀ ਨਾ ਆਪਾਂ ਖੇਤੀ ਦਾ ਕਰ ਸਕੀਏ, ਹੋ ਸਕੇ। ਤੇ ਉਹਦੇ ਨਾਲ ਆਪਾਂ ਨੂੰ ਜੇ ਕੋਈ ਮੋਡ ਆਫ ਐਕਸ਼ਨ ਜਿਹੜੇ ਆ ਉਹ ਚੇਂਜ ਕਰਨੇ ਪੈਂਦੇ ਨੇ, ਤੇ ਉਹਦੇ ਤੇ ਵੀ ਕਿਸਾਨ ਯੂਨੀਅਨ ਨੂੰ ਇਸ ਵੇਲੇ ਵਿਚਾਰ ਕਰ ਲੈਣਾ ਚਾਹੀਦਾ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਪ੍ਰੈਸ਼ਰ ਨੂੰ ਵੀ ਬਰਕਰਾਰ ਰੱਖਿਆ ਜਾਏ ਤੇ ਪੰਜਾਬ ਦੀ ਜਿਹੜੀ ਕਿਸਾਨੀ ਆ ਤੇ ਹਾਲਤ ਉਹ ਵੀ ਜਿਹੜੀ ਆ ਉਹ ਆਪਣੀ ਚੱਲਦੀ ਰਹੇ। ਇੱਕ ਦੂਜੀ ਗੱਲ ਇਹ ਹੈ ਵੀ ਇਹਦੇ ਵਿੱਚ ਨਾ ਕੇਂਦਰ ਤੇ ਵੀ ਸਵਾਲ ਉੱਠਦੇ ਨੇ ਕਿ ਤੁਸੀਂ ਜਿਹੜਾ ਮੀਟਿੰਗਾਂ ਕਰਵਾ ਰਹੇ ਹੋ ਕਿਸਾਨਾਂ ਨਾਲ, ਵਰਚੁਅਲ ਮੀਟਿੰਗਸ, ਸਨੀ ਦਿਓਲ ਨੂੰ ਲੈ ਕੇ ਆਏ ਪਿਛਲੇ ਦਿਨਾਂ ਦੇ ਵਿੱਚ, ਇੱਕ ਉਦਘਾਟਨ ਜਾਂ ਕੋਈ ਹੋਇਆ ਸੀ, ਰਾਜਨਾਥ ਸਿੰਘ ਵੀ ਆਏ, ਵੀ ਇਹੋ ਜਿਹੀਆਂ ਮੀਟਿੰਗਾਂ ਡਾਇਰੈਕਟ ਕਿਉਂ ਨਹੀਂ ਕਿਸਾਨਾਂ ਨਾਲ ਕਰਾਉਂਦੇ? ਡਰ ਹੈ ਕਿਸੇ ਗੱਲ ਦਾ ਇਹਨਾਂ ਨੂੰ ਕਿ ਜਿਹੜੇ ਪੰਜਾਬ ਦੇ ਕੇਂਦਰੀ ਮੰਤਰੀ ਨੇ, ਪੰਜਾਬ ਦੇ ਵਿੱਚੋਂ ਜਿਹੜੇ ਮਾਫ ਕਰਨਾ ਲੋਕ ਸਭਾ ਮੈਂਬਰ ਨੇ, ਮੈਂਬਰ ਪਾਰਲੀਮੈਂਟ ਨੇ, ਜਾਂ ਇਹਨਾਂ ਦੇ ਕੇਂਦਰੀ ਮੰਤਰੀ ਨੇ, ਉਹਨਾਂ ਨੂੰ ਸਿੱਧਾ ਡਾਇਰੈਕਟ ਕਿਸਾਨਾਂ ਨਾਲ ਕਿਉਂ ਨਹੀਂ ਮਿਲਾਉਂਦੇ? ਬਿਲਕੁਲ ਸੁਖਵਿੰਦਰ ਜੀ, ਕੱਲ ਬੜੀ ਹਾਸੂਵਣੀ ਸਥਿਤੀ ਸੀ। ਮੈਂ ਸਵੇਰੇ ਪ੍ਰਕਾਸ਼ ਜਵੈਦਕਰ ਜੀ ਦਾ ਬਿਆਨ ਪੜ੍ਹ ਰਿਹਾ ਸੀ। ਉਹ ਆਂਦੇ ਜੀ ਜਿਹੜੇ ਨਰਿੰਦਰਾ ਤੋਮਰ ਜੀ ਸੀ ਉਹ ਬਿਜੀ ਸੀ, ਵੀ ਇਸ ਕਰਕੇ ਉਹ ਇਸ ਮੀਟਿੰਗ ਦੇ ਵਿੱਚ ਨਹੀਂ ਆ ਸਕੇ। ਮੈਂ ਉਹਨਾਂ ਪੁੱਛਦਾ ਵੀ ਜਿਹੜੀ ਵਰਚੁਅਲ ਮੀਟਿੰਗ ਤੇ 6 ਮੰਤਰੀ ਤੁਸੀਂ ਲਾਏ ਸੀ, ਜਿਹੜੇ ਉਸ ਪੰਜਾਬ ਨੂੰ ਮੁੜ ਕੇ ਪੰਜਾਬ ਦੇ ਕਿਸਾਨਾਂ ਨੂੰ ਸੰਬੋਧਨ ਕਰ ਰਹੇ ਸੀ, ਕੀ ਉਹ 6 ਮੰਤਰੀ ਜੇ 29 ਬੰਦੇ ਜਿਹੜੇ ਕਿ ਉੱਥੇ ਪਹੁੰਚੇ ਸੀ, ਜੇ ਉਹ 29 ਬੰਦਿਆਂ ਦੇ ਉੱਤੇ ਅੱਗੇ 6 ਬੰਦੇ ਬਹਿ ਕੇ ਉਹਨਾਂ ਨੂੰ ਕਨਵਿੰਸ ਕਰਾ ਜਾਂਦੇ, ਉਹ ਸੌਖਾ ਸੀ ਕਿ ਜਾਂ ਜਿਹੜੇ ਬਾਹਰ ਖੁੱਲ੍ਹੇ ਆਮ ਜਿਹੜੇ ਲੋਕ ਫਿਰ ਰਹੇ ਨੇ, 2-3 ਕਰੋੜ ਜਿਹੜੇ ਫਿਰ ਰਹੇ ਨੇ, ਉਹਨਾਂ ਨੂੰ ਕਨਵਿੰਸ ਕਰਨਾ ਸੌਖਾ ਹੈ। ਜੇ ਤੁਸੀਂ ਉਹਨਾਂ 29 ਨੂੰ ਕਨਵਿੰਸ ਨਹੀਂ ਕਰ ਸਕਦੇ ਤੇ ਬਾਕੀ ਨੂੰ ਕਿੱਥੋਂ ਕਨਵਿੰਸ ਕਰ ਲੋਗੇ ਤੁਸੀਂ? ਇਹ ਇਹਨਾਂ ਦੀ ਸਰਕਾਰ ਦੀ ਵੀ ਜਿਹੜੀ ਨੀਤ ਹੈ ਨਾ, ਮੈਨੂੰ ਸਰਕਾਰ ਦੀ ਨੀਤ ਏਡੀ ਸਾਫ਼ ਨਹੀਂ ਲੱਗਦੀ। ਜਿਹੜੇ ਅਸਾਰ ਬਣਾ ਰਹੇ ਨੇ, ਮੈਨੂੰ ਲੱਗਦਾ ਨੇ ਸਰਕਾਰ ਧੱਕਾ ਕਰਨਾ ਚਾਹੁੰਦੀ ਆ। ਧੱਕਾ ਕਰਨ ਵਾਸਤੇ ਹੋ ਸਕਦਾ ਉਹਨਾਂ ਜਿਹੜੀ ਪੰਜਾਬ ਦੀ ਸਰਕਾਰ ਨੂੰ ਲਾਂਭੇ ਕਰਕੇ ਪ੍ਰੈਜ਼ੀਡੈਂਟ ਰੂਲ ਜਿਹਾ ਲਾ ਕੇ ਕਿਤੇ ਫੇਰ ਇੱਥੇ ਫੌਜ ਨੂੰ ਲਾ ਕੇ ਕਿਤੇ ਇਹੋ ਜਿਹਾ ਸੋਚਣ ਦੀ ਜੇ ਸਰਕਾਰ ਕਿਤੇ ਸੋਚ ਰਹੀ ਆ, ਤੇ ਮੇਰਾ ਖਿਆਲ ਵੀ ਇਹਦੋਂ ਵੱਡਾ ਬਲੰਡਰ ਅੱਜ ਤੱਕ ਦਾ ਕੋਈ ਨਹੀਂ ਹੋਊਗਾ ਜੇ ਸਰਕਾਰ ਦੀ ਸੋਚ ਇਹ ਹੈ। ਕੈਪਟਨ ਸਾਹਿਬ ਦੀ ਨੀਅਤ ਨੂੰ ਕਿੱਦਾਂ ਦੇਖਦੇ ਹੋ? ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ, ਹੁਣ ਤਾਂ ਇਹਨਾਂ ਨੇ ਵਿਧਾਨ ਸਭਾ ਸੈਸ਼ਨ ਵੀ ਸੱਦ ਲਿਆ, ਲੱਗਦਾ ਕਿ ਉਹ ਸੈਸ਼ਨ ਦੇ ਵਿੱਚ ਕੋਈ ਨਾ ਕੋਈ ਫੈਸਲਾ ਇਹੋ ਜਿਹਾ ਕਿਸਾਨ ਪੱਖੀ ਹੋ ਸਕਦਾ? ਸੁਖਵਿੰਦਰ ਜੀ, ਜੇ ਮੈਂ ਗੱਲ ਜਿਵੇਂ ਕਹਿੰਦੇ ਸੀ ਵੀ ਇਹਦੇ ਵਿੱਚ ਪੋਲੀਟੀਕਲ ਪਾਰਟੀਆਂ ਦਾ ਰੋਲ ਜਿਹੜਾ ਹੈ ਨਾ, ਉਹ
ਕਦੀ ਵੀ ਕਿਸਾਨ ਦੇ ਹਿੱਤ 'ਚ ਕਦੀ ਨਹੀਂ ਠੀਕ ਰਿਹਾ ਤੇ ਅੱਜ ਵੀ ਉਸੇ ਤਰ੍ਹਾਂ ਦਾ ਐਵੇਂ ਕੋਈ ਗੋਂਗਲੂਆਂ ਦੀ ਮਿੱਟੀ ਝਾੜੀ ਜਾਂਦਾ, ਕੋਈ ਕੁਛ ਕਰੀ ਜਾਂਦਾ ਆਪਣਿਆਂ ਨੂੰ। ਇਹ ਹਰ ਬੰਦਾ ਅੱਗੇ ਹੋ ਕੇ ਪੋਲੀਟੀਕਲ ਪਾਰਟੀ ਆਪਣਿਆਂ ਨੂੰ ਕਿਸਾਨ ਹਤੈਸ਼ੀ ਕਹਿ ਰਹੇ ਨੇ, ਪਰੰਤੂ ਜਦੋਂ ਉਹਨਾਂ ਦੇ ਐਕਸ਼ਨਸ ਦੇਖਦੇ ਆ ਜਾਂ ਉਹਨਾਂ ਦੇ ਅੰਦਰ ਪੜ੍ਹਦੇ ਆ, ਬਾਡੀ ਲੈਂਗੁਏਜ ਪੜ੍ਹਦੇ ਆ, ਤੇ ਉਹਦੇ ਵਿੱਚ ਯੂ ਕਾਂਟ ਇਮੈਜਿਨ ਵੀ ਇਹ ਸਾਰੇ ਜਿਹੜੇ ਕਿਸਾਨ ਦੇ ਨਾਲ ਖਲੋਤੇ ਨੇ ਇਹ ਸਿਰਫ ਆਪਣੀਆਂ 2022 ਦੀਆਂ ਇਲੈਕਸ਼ਨਾਂ ਦੀ ਜਿਹੜੀ ਵਿਉਂਤਬੰਦੀ ਆ ਵੀ ਕਿਵੇਂ ਦੂਜੇ ਨੂੰ ਠਿੱਬੀ ਲਾਉਣੀ ਆ, ਉਹ ਠਿੱਬੀ ਲਾਉਣ ਦੀ ਕੋਸ਼ਿਸ਼ ਆ। ਕਿਸਾਨਾਂ ਦੇ ਹਿੱਤ ਦੇ ਵਿੱਚ ਕੋਈ ਦਿਲੋਂ ਜਿਹੜੀ ਆ ਉਹ ਕੋਈ ਪਾਰਟੀ ਮੈਨੂੰ ਅੱਜ ਨਹੀਂ ਦਿਸ ਰਹੀ ਜੀ। ਅਖੀਰ ਦੇ ਵਿੱਚ ਕੀ ਕਹਿਣਾ ਚਾਹੋਗੇ ਕਿ ਕਿਸਾਨਾਂ ਨੂੰ ਕਿਹੜੀ ਸਲਾਹ ਜਿਹੜੀ ਹੈ ਉਹ ਜਾਂ ਕਿਸ ਤਰੀਕੇ ਦੇ ਨਾਲ ਆਪਣਾ ਮੂਵਮੈਂਟ ਨੂੰ ਹੋਰ ਅੱਗੇ ਲੈ ਜਾਣਾ ਚਾਹੀਦਾ, ਕਿਉਂਕਿ ਮੀਟਿੰਗਾਂ ਇਹਨਾਂ ਦੀਆਂ ਲਗਾਤਾਰ ਚੱਲਣੀਆਂ, ਪ੍ਰੈਸ਼ਰ ਕਿਸਾਨਾਂ ਜਥੇਬੰਦੀਆਂ ਤੇ ਵੀ ਹੈ, ਕਿਸਾਨਾਂ ਦੀਆਂ ਜਥੇਬੰਦੀਆਂ ਤੇ ਕੇਂਦਰ ਤੇ ਹੀ ਪ੍ਰੈਸ਼ਰ ਬਣਿਆ ਹੋਇਆ ਵੀ ਅਸੀਂ ਕਿਸਾਨਾਂ ਨੂੰ ਕਿੱਦਾਂ ਕਨਵਿੰਸ ਕਰੀਏ। ਬਿਲਕੁਲ, ਹੁਣ ਕਿਸਾਨ ਜਿਹੜੇ ਜਥੇਬੰਦੀਆਂ ਨੇ, ਇੱਕ ਤੇ ਪੰਜਾਬ ਦੇ ਵਿੱਚ ਜਿਹੜਾ ਥੋੜਾ ਜਿਹਾ ਇਹਨਾਂ ਨੂੰ ਹੋਰ ਏਕੇ ਦਾ ਜਿਹੜਾ ਨਾ ਸਬੂਤ ਜਿਹੜਾ ਉਹ ਸਾਹਮਣੇ ਆਉਣਾ ਚਾਹੀਦਾ ਹੈ ਵੀ ਜਿਹੜਾ ਅਸੀਂ ਦੇਖ ਰਹੇ ਨਾ ਕਦੀ 31 ਕਦੀ 29 ਕਦੀ 30 ਤੇ ਫਿਰ ਉਹਨਾਂ ਦੇ ਵਿੱਚੋਂ ਵੀ ਕੋਈ ਕੁਛ ਕਹਿ ਦਿੰਦੇ ਜੀ ਨਹੀਂ ਅਸੀਂ ਵਿੱਚੋਂ ਇੱਕ ਆ ਪਰ ਮੇਰਾ ਐਕਸ਼ਨ ਆ ਹੋਊਗਾ, ਉਹਦਾ ਐਕਸ਼ਨ ਆ ਹੋਊਗਾ। ਇਹ ਜਿਹੜੇ ਐਕਸ਼ਨ ਵੀ ਨੇ ਨਾ, ਐਕਸ਼ਨ ਵੀ ਹੁਣ ਇੱਕ ਹੀ ਇਹਨਾਂ ਨੂੰ ਬਣਾਉਣਾ ਚਾਹੀਦਾ। ਇਹ ਜੇ ਇੱਕ 11 ਤਰੀਕ ਤੱਕ ਕਰਦਾ, ਦੂਜਾ ਵੱਧ ਕੇ ਅੱਗੋਂ 16 ਤੱਕ ਕਰ ਦਿੰਦਾ, 16 ਵਾਲਾ ਮੁੜ ਕੇ ਕਹਿੰਦਾ ਨਹੀਂ 18 ਤੋਂ ਕਰ ਦੇਣਾ ਮੈਂ। ਇਹ ਜਿਹੜਾ ਇਹੋ ਜਿਹੇ ਆ ਨਾ, ਇਹ ਲੋਕਾਂ ਦੇ ਵਿੱਚ ਫਿਰ ਭਰਮ ਭੁਲੇਖੇ ਜਾਂਦੇ ਵੀ ਸ਼ਾਇਦ ਯਾਰ ਇਹ ਅਜੇ ਇਕੱਠੇ ਨਹੀਂ ਗੇ। ਇਸ ਕਰਕੇ ਪਹਿਲੀ ਤਾਂ ਗੱਲ ਇਹ ਆ ਵੀ ਇਹਨਾਂ ਕਿਸਾਨ ਜਥੇਬੰਦੀਆਂ ਨੂੰ ਹੁਣ ਇਕੱਠੇ ਹੋ ਕੇ ਜਿਹੜਾ ਵੀ ਐਕਸ਼ਨ ਦੇਣਾ ਆ ਉਹ ਇੱਕ ਹੋਏ ਤੇ ਸਾਰਿਆਂ ਦਾ ਇੱਕ ਹੀ ਡੇਟ ਹੋਏ ਤੇ ਇੱਕ ਹੀ ਐਕਸ਼ਨ ਹੋਏ। ਉਹਦੇ ਵੱਖੋ ਵੱਖਰੇ ਜਿਹੜੀ ਡਫਲੀ ਆ ਨਾ ਜੇ ਉਹ ਨਾ ਵਜਾਓ। ਤੁਸੀਂ ਕੋਈ ਉਹਦੇ ਵਿੱਚ ਨਹੀਂ ਰੱਖਿਆ, ਕਿਸਾਨਾਂ ਦੇ ਮਨ ਦੇ ਵਿੱਚ ਉਹਦੇ ਨਾਲ ਜਿਹੜੀ ਆ ਉਹ ਸਟਰੈਂਥ ਘਟਦੀ ਆ। ਇਸ ਕਰਕੇ ਇਹਦੇ ਉੱਤੇ ਪੂਰਾ ਜ਼ੋਰ ਦਿਓ। ਬਾਕੀ ਇਹਨੂੰ ਕਿਵੇਂ ਪ੍ਰੈਸ਼ਰ ਬਣਾ ਕੇ ਰੱਖਣਾ ਆ ਉਹ ਤੁਸੀਂ ਆਪ ਜ਼ਿਆਦਾ ਸੋਚ ਸਕਦੇ ਜੇ ਵੀ ਜ਼ਿਲ੍ਹੇ ਪੱਧਰ ਤੇ ਧਰਨੇ ਕਰਕੇ ਜਾਂ ਜਿਹੜੇ ਪੋਲੀਟੀਕਲ ਬੰਦਿਆਂ ਨੂੰ ਵੀ। ਮੈਂ ਪਹਿਲੀ ਗੱਲ ਜਿਹੜੀ ਇਹਨਾਂ ਦੀ ਅਜੇ ਤਾਂ ਠੀਕ ਚੱਲ ਰਹੀ ਆ, ਪੋਲੀਟਿਕਸ ਨੂੰ ਜਿੰਨਾ ਪੋਲੀਟੀਕਲ ਨੂੰ ਪਾਰਟੀਆਂ ਨੂੰ ਇਹ ਤੋਂ ਪਰਾਂ ਰੱਖਿਆ ਜਾਊਗਾ ਓਨਾ ਹੀ ਇਹ ਕਾਮਯਾਬ ਹੋਣਗੇ। ਤੇ ਦੂਸਰੀ ਗੱਲ ਆ ਜਿਹੜੇ ਬਹੁਤੇ ਗਾਉਣ ਵਜਾਉਣ ਵਾਲੇ ਆ ਇਹਨਾਂ ਨਾਲੋਂ ਜਿਹੜੀਆਂ ਹੋਰ ਜਥੇਬੰਦੀਆਂ ਘੋਲ ਜਿਹੜੇ ਆਲਰੇਡੀ ਲੜਦੇ ਰਹੇ ਨੇ ਪੰਜਾਬ ਦੇ ਲਈ, ਚਾਹੇ ਉਹ ਮੁਲਾਜ਼ਮਾਂ ਦੇ ਹੋਣ, ਚਾਹੇ ਉਹ ਕਰਿਆਨੇ ਵਾਲਿਆਂ ਦੇ ਹੋਣ, ਚਾਹੇ ਹੋਰ ਵਪਾਰੀਆਂ ਦੇ ਹੋਣ, ਛੋਟਾ ਵਪਾਰੀ ਹੋਏ, ਛੋਟਾ ਕਾਰਖਾਨੇਦਾਰ ਆ, ਜਿਹੜੇ ਦੂਸਰੇ ਨੇ ਉਹਨਾਂ ਦੀਆਂ ਜਿਹੜੀਆਂ ਜਥੇਬੰਦੀਆਂ ਨੇ ਨਾ ਉਹਨਾਂ ਨੂੰ ਮੋਬਿਲਾਈਜ਼ ਕਰਕੇ ਉਹਨਾਂ ਨੂੰ ਆਪਣੇ ਨਾਲ ਜੋੜੋ ਤਾਂ ਕਿ ਇੱਕ ਤੇ ਚਲੋ ਤੁਹਾਡੀ ਕਿਸਾਨਾਂ ਦੀ ਆਪਣੀ ਜਥੇਬੰਦੀ 31 ਹੈਗੀਆਂ ਨੇ, ਇੱਕ ਐਕਸ਼ਨ ਕਮੇਟੀ ਜਿਹੜੀ ਪੰਜਾਬ ਦੀ ਆ ਉਹ ਬਣ ਜਾਣੀ ਚਾਹੀਦੀ ਆ। ਉਹਦੇ ਵਿੱਚ ਸਮੂਹ ਜਿਹੜੇ ਆ ਜਥੇਬੰਦੀਆਂ ਨੇ, ਸਮੂਹ ਵਰਗ ਨੇ, ਉਹਨਾਂ ਨੂੰ ਤੁਸੀਂ ਲੈ ਕੇ ਉਹ ਇੱਕ ਐਕਸ਼ਨ ਕਮੇਟੀ 20-25 ਬੰਦਿਆਂ ਦੀ ਜਿੰਨੇ ਦੀ ਬਣਦੀ ਆ ਉਹ ਬਣਾਓ ਤਾਂ ਕਿ ਇੱਕ ਉਹ ਵੀ ਜਿਹੜਾ ਤੁਹਾਡੇ ਨਾਲ ਪੈਰਲਲ ਚੱਲਦੀ ਰਹੇ ਤੇ ਉਹਦੇ ਨਾਲ ਲੋਕਾਂ ਨੂੰ ਆਪਾਂ ਸਾਰਿਆਂ ਨੂੰ ਸਾਰੇ ਵਰਗਾਂ ਨਾਲ ਜੋੜ ਕੇ ਇਸ ਘੋਲ ਦੀ ਜਿਹੜੀ ਉਹ ਪ੍ਰਾਪਤੀ ਕਰ ਸਕੀ ਆਪਾਂ। ਜੀ ਸ਼ੁਕਰੀਆ ਸੌਲ ਸਾਹਿਬ, ਬਹੁਤ ਬਹੁਤ ਧੰਨਵਾਦ। ਸੋ ਸਾਡੇ ਨਾਲ ਮੌਜੂਦ ਸਨ ਪੰਜਾਬ ਦੇ ਖੇਤੀਬਾੜੀ ਵਿਭਾਗ ਦੇ ਸਾਬਕਾ ਜੁਆਇੰਟ ਡਾਇਰੈਕਟਰ ਡਾਕਟਰ ਬਲਵਿੰਦਰ ਸਿੰਘ ਸੋਹਲ, ਜਿਨ੍ਹਾਂ ਨੇ ਦੱਸਿਆ ਕਿ ਸਭ ਤੋਂ ਵੱਡੀ ਗੱਲ ਤਾਂ ਇਹ ਕਿ ਕਿਸਾਨਾਂ ਨੂੰ ਪ੍ਰੈਸ਼ਰ ਜਿਹੜਾ ਉਹ ਹੁਣ ਵੱਡੇ ਪੱਧਰ ਦੇ ਉੱਤੇ ਬਿਲਡ ਕਰਨਾ ਪਏਗਾ, ਕਿਉਂਕਿ ਇੱਕ ਵਾਰ ਤਾਂ ਕੇਂਦਰ ਨਾਲ ਗੱਲਬਾਤ ਹੋ ਗਈ, ਜੇ ਦੂਜੀ ਗੱਲਬਾਤ ਹੁੰਦੀ ਹੈ ਤਾਂ ਉੱਥੇ ਕਿਸ ਤਰ੍ਹਾਂ ਦਾ ਰਵੱਈਆ ਕੇਂਦਰ ਦਾ ਹੋਏਗਾ, ਕਿਸ ਤਰ੍ਹਾਂ ਦਾ ਰਵੱਈਆ ਇਹਨਾਂ ਦਾ ਹੋਵੇਗਾ। ਦੂਜੀ ਇੱਕ ਹੋਰ ਵੱਡੀ ਅਹਿਮ ਗੱਲ ਇਹਨਾਂ ਨੇ ਇਹ ਕੀ ਹੈ ਕਿ ਏਕਾ ਜਿਹੜਾ ਉਹ ਜ਼ਰੂਰੀ ਹੈ, ਬਜਾਏ ਇਸ ਦੇ ਕਿ ਨਿੱਕੀਆਂ ਮੋਟੀਆਂ ਜਿਹੜੀਆਂ ਤੁਸੀਂ ਕਲਾਕਾਰ ਧਿਰਾਂ ਜਾਂ ਸਮਾਜ ਸੇਵੀਆਂ ਦੇ ਨਾਲ ਜੁੜੇ ਹੋ, ਹੋਰ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਸਾਰੀਆਂ ਨੂੰ ਇੱਕ ਮੰਚ ਤੇ ਲੈ ਕੇ ਆਉਣ, ਇੱਕ ਬਿਆਨ ਜਿਹੜਾ ਉਹ ਜਾਰੀ ਕਰਨਾ ਚਾਹੀਦਾ। ਕਦੇ ਕੋਈ ਕਹਿ ਦਿੰਦਾ ਕੇਂਦਰ ਨਾਲ ਅਸੀਂ ਗੱਲਬਾਤ ਨਹੀਂ ਕਰਨੀ, ਪਰ ਜਥੇਬੰਦੀ ਜੋ ਕਹੂਗੀ ਅਸੀਂ ਉਹ ਕਰਾਂਗੇ। ਇਹਨਾਂ ਸਾਰੀਆਂ ਗੱਲਾਂ ਤੇ ਧਿਆਨ ਦੇਣਾ ਚਾਹੀਦਾ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਰੱਖਿਓ। ਲੋਕ ਰਣ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।